ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਖਾਸ ਮੁਲਾਕਾਤ ਦੇ ਵਿੱਚ ਵਿਸ਼ਵ ਭਰ ਦੀਆਂ ਸੰਗਤਾਂ ਦਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਹੋਰਾਂ ਦੇ ਨਾਲ, ਜਿਨ੍ਹਾਂ ਨੂੰ ਤੁਸੀਂ ਦੀਵਾਨ ਹਾਲ ਮੰਜੀ ਸਾਹਿਬ ਦੀ ਸਟੇਜ ਦੇ ਉੱਤੋਂ ਕਥਾ ਕਰਦਿਆਂ ਵੀ ਕਈ ਵਾਰਾਂ ਜਿਹੜਾ ਆ ਉਹ ਸੁਣ ਚੁੱਕੇ ਹੋ, ਅਤੇ ਇਸੇ ਤਰ੍ਹਾਂ ਹੀ ਹੋਰ ਵੀ ਜਿਹੜੇ ਪੰਥ ਪ੍ਰਸਿੱਧ ਪ੍ਰੋਗਰਾਮ ਨੇ ਉਹਨਾਂ ਦੀਆਂ ਸਟੇਜਾਂ ਦੇ ਉੱਤੇ ਵੀ ਇਹ ਕਥਾ ਜਿਹੜੀ ਆ ਉਹ ਕਰ ਚੁੱਕੇ ਆ, ਅਤੇ ਤੁਸੀਂ ਇਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ। ਸਿੱਖ ਚੈਨਲ ਦੇ ਰਾਹੀਂ ਵੀ ਸੰਗਤਾਂ ਦੇ ਨਾਲ ਸਾਂਝ ਜਿਹੜੀ ਆ ਉਹ ਪਾਉਂਦੇ ਰਹਿੰਦੇ ਆ। ਸੋ ਅੱਜ ਅਸੀਂ ਉਹਨਾਂ ਦੇ ਜੀਵਨ ਦੇ ਉੱਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ, ਅਤੇ ਨਾਲ ਇੱਕ ਸੁਨੇਹਾ ਇਹ ਵੀ ਵਿਸ਼ਵ ਭਰ ਦੀਆਂ ਸੰਗਤਾਂ ਨੂੰ ਮੈਂ ਦੇਣਾ ਚਾਹੁੰਦਾ ਆ ਕਿ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਜਿਹੜੇ ਆ ਉਹ ਇੰਗਲੈਂਡ ਦੀ ਧਰਤੀ ਦੇ ਉੱਤੇ, UK ਦੀ ਧਰਤੀ ਦੇ ਉੱਤੇ ਜਿਹੜਾ ਆ ਉਹ ਪਹੁੰਚ ਰਹੇ ਆ 20 ਤਰੀਕ ਨੂੰ। ਸੋ ਉਹਨਾਂ ਦੇ ਨਾਲ ਤੁਸੀਂ ਆਪਣੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਜਾਂ ਘਰ ਦੇ ਵਿੱਚ ਕਥਾ ਵਾਸਤੇ ਜੇਕਰ ਉਹਨਾਂ ਨੂੰ ਬੁਲਾਉਣਾ ਆ ਤਾਂ ਤੁਸੀਂ ਕੰਟੈਕਟ ਜਿਹੜਾ ਆ ਉਹਨਾਂ ਦੇ WhatsApp ਨੰਬਰ, ਜਿਹੜਾ ਕਿ ਇੰਡੀਆ ਦਾ ਨੰਬਰ ਹੀ ਆ, ਉਹਦੇ ਉੱਤੇ WhatsApp ਜਿਹੜਾ ਆ ਉਹ ਚੱਲਦਾ ਆ। UK ਜਾ ਕੇ ਜਿਹੜਾ ਨਵਾਂ ਨੰਬਰ ਹੋਏਗਾ ਉਹ ਵੀ ਸੰਗਤਾਂ ਦੇ ਨਾਲ ਸਾਂਝਾ ਕਰਾਂਗੇ, ਪਰ ਉਹਨਾਂ ਦਾ ਜਿਹੜਾ WhatsApp ਨੰਬਰ ਆ 9914886071। ਦੁਬਾਰਾ ਇੱਕ ਵਾਰ ਦੱਸ ਦਿੰਦਾ ਆ 9914886071, ਅਤੇ ਇੱਕ ਨੰਬਰ ਹੋ ਰਿਹਾ 7889514111। ਸੋ ਇਹ ਨੰਬਰ ਜਿਹੜੇ ਆ ਉਹ ਸਕਰੀਨ ਦੇ ਉੱਤੇ ਵੀ ਜਿਹੜੇ ਆ ਥੱਲੇ ਸ਼ੋ ਹੋ ਰਹੇ ਆ, ਉਹ ਵੀ ਤੁਸੀਂ ਜਿਹੜਾ ਆ ਨੋਟ ਕਰ ਸਕਦੇ ਹੋ, ਅਤੇ ਇਹਨਾਂ ਨੂੰ ਪ੍ਰੋਗਰਾਮ ਦੇ ਉੱਤੇ ਤੁਸੀਂ ਜਿਹੜਾ ਆ ਉਹ ਬੁਲਾ ਸਕਦੇ ਹੋ। ਸੋ ਬਹੁਤ ਹੀ ਵਧੀਆ ਕਥਾ ਜਿਹੜੀ ਆ ਉਹ ਕਰਦੇ ਨੇ, ਅਤੇ ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਜੀਵਨ ਦੇ ਉੱਤੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਚਰਚਾ ਜਿਹੜੀ ਆ ਉਹ ਹੋਵੇਗੀ, ਅਤੇ ਆਓ ਫਤਿਹ ਦੀ ਸਾਂਝ ਪਾ ਕੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਿੰਘ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ ਜੀ, ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਬਹੁਤ ਮੁਬਾਰਕਾਂ ਵੀ ਤੁਹਾਨੂੰ ਕਿ ਪਹਿਲੀ ਵਾਰਾਂ ਜਿਹੜਾ ਆ ਉਹ UK ਦੀ ਧਰਤੀ ਦੇ ਉੱਤੇ ਜਾ ਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਜਿਹੜਾ ਮੌਕਾ ਆ, ਧੰਨਵਾਦ ਜੀ, ਉਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਖਸ਼ਿਆ ਆ। ਕਿਉਂਕਿ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਤੋਂ ਤੁਹਾਨੂੰ ਕਈ ਵਾਰਾਂ ਅਸੀਂ ਸੁਣਦੇ ਹਾਂ। ਅਤੇ ਸਭ ਤੋਂ ਪਹਿਲਾ ਸਵਾਲ ਮੇਰਾ ਇਹ ਕਿ ਤੁਹਾਡਾ ਜਨਮ ਜਿਹੜਾ ਆ ਉਹ ਕਿੱਥੇ ਹੋਇਆ, ਅਤੇ ਫਿਰ ਆਪਾਂ ਸਵਾਲਾਂ ਦੀ ਲੜੀ ਜਿਹੜੀ ਆ ਉਹ ਸਾਰੀ ਤੁਹਾਡੇ ਨਾਲ ਜਿਹੜੀ ਆ ਉਹ ਕਰਾਂਗੇ ਕਿ ਤੁਹਾਡਾ ਜੀਵਨ ਜਿਹੜਾ ਆ ਉਹ ਕਿਵੇਂ ਅੱਗੇ ਵਧਿਆ, ਇਸ ਧਾਰਮਿਕ ਰੁਚੀ ਦੇ ਵਿੱਚ ਕਿਵੇਂ ਤੁਸੀਂ ਆਏ ਜੀ। ਜੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਧੰਨਵਾਦੀ ਹਾਂ ਜੀ ਸਿੱਖ ਚੈਨਲ ਦਾ, ਕਿ ਆਪ ਜੀ ਨੇ ਸਮਾਂ ਕੱਢਿਆ ਅਤੇ ਦੇਸ਼ ਅਤੇ ਵਿਦੇਸ਼ ਦੀ ਸੰਗਤ ਦੇ ਰੂਬਰੂ ਦਾਸ ਨੂੰ ਕੀਤਾ ਹੈ ਜੀ। ਦਾਸ ਦਾ ਜਨਮ ਜਿਹੜਾ ਹੈ ਜੀ ਇਤਿਹਾਸਿਕ ਨਗਰ ਹੈ ਜੀ ਪੱਟੀ ਜੀ, ਜਿੱਥੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਤਿਹਾਸਿਕ ਸਥਾਨ ਹੈ, ਅਤੇ ਉਹ ਇਤਿਹਾਸਿਕ ਜਗ੍ਹਾ ਜਿਹਨੂੰ ਅਸੀਂ ਅਰਦਾਸ ਵਿੱਚ ਚੇਤੇ ਕਰਦੇ ਸਾਂ ਜੀ, ਕਿ ਜਿਨ੍ਹਾਂ ਨੇ ਪੱਟੀ ਤੇ ਲਾਹੌਰ ਦੀਆਂ ਜੇਲ੍ਹਾਂ ਵਿੱਚ ਸਵਾ ਮਨ ਦੇ ਪੀਸੇ ਜੀ। ਉਹ ਇਤਿਹਾਸਿਕ ਸਥਾਨ ਜ਼ਿਲ੍ਹਾ ਤਰਨਤਾਰਨ ਨੇ, ਪਹਿਲੋਂ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸੀ ਜੀ, ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਅੰਦਰ ਇਹ ਨਗਰ, ਇਹ ਤਹਿਸੀਲ ਹੈ ਜੀ, ਪੱਟੀ ਸ਼ਹਿਰ ਜੀ। ਇਸ ਨਗਰ ਦੇ ਵਿੱਚ ਦਾਸ ਦਾ ਜਿਹੜਾ ਹੈ ਉਹ ਜਨਮ ਹੋਇਆ ਹੈ ਜੀ। ਅਤੇ ਪਰਿਵਾਰਕ ਪਿਛੋਕੜ ਜਿਹੜਾ ਆ ਉਹ ਕਿਵੇਂ ਦਾ ਸੀ? ਮਾਤਾ ਪਿਤਾ ਦਾ ਕੀ ਨਾਮ ਹੈ ਜੀ? ਦੇਖੋ ਜੀ, ਪਰਿਵਾਰਕ ਪਿਛੋਕੜ ਸਾਡਾ ਪਹਿਲੋਂ ਤਾਂ 47 ਤੋਂ ਪਹਿਲੋਂ ਜਿਹੜਾ ਸਾਡਾ ਪਰਿਵਾਰ ਸੀ ਉਹ ਪਾਕਿਸਤਾਨ ਦੇ ਇੱਕ ਨਗਰ ਹੈ ਦੀ ਸਰਹਾਲੀ ਜੀ, ਛੋਟੀ ਸਰਹਾਲੀ ਕਰਕੇ ਕਿਹਾ ਜਾਂਦਾ ਸੀ ਜੀ ਜੀ, ਉੱਥੋਂ ਸੀ ਸਾਡਾ ਪਰਿਵਾਰਕ ਪਿਛੋਕੜ। ਪਰ ਜਦੋਂ ਇਹ ਦੇਸ਼ ਦੀ ਵੰਡ ਹੁੰਦੀ ਤੇ ਪਰਿਵਾਰ ਸਾਡਾ ਇਸ ਪੱਟੀ ਨਗਰ ਦੇ ਵਿੱਚ ਆ ਕੇ ਵਸਿਆ। ਮੇਰੇ ਦਾਦਾ ਜੀ ਸਰਦਾਰ ਸਾਧੂ ਸਿੰਘ ਸੀ ਜੀ, ਉਹਨਾਂ ਨੇ ਵੀ ਗੁਰੂ ਘਰ ਤੇ ਮਹਾਂਪੁਰਖਾਂ ਦੇ ਨਾਲ ਬਹੁਤ ਸੰਗਤ ਕੀਤੀ। ਦਾਸ ਦੇ ਪਿਤਾ ਜੀ ਬਾਬਾ ਹਰਦੀਪ ਸਿੰਘ ਜੀ ਜੀ, ਉਹ ਗੁਰੂ ਘਰ ਉਹਨਾਂ ਨੇ ਜਿੱਥੇ ਸੇਵਾ ਕੀਤੀ, ਉੱਥੇ ਉਹ ਸਭ ਤੋਂ ਪਹਿਲਾਂ ਨਿਰਮਲੇ ਮਹਾਂਪੁਰਖ, ਉਦਾਸੀ ਮਹਾਂਪੁਰਖ ਔਰ ਦਲ ਬਾਬਾ ਬਿਧੀ ਚੰਦ ਸਾਹਿਬ ਉਹਦੇ ਵਿੱਚ ਰਹਿ ਕਰਕੇ ਦਲ ਦੇ ਵਿੱਚ ਉੱਥੋਂ ਉਹਨਾਂ ਨੇ ਵਿੱਦਿਆ ਪ੍ਰਾਪਤ ਕੀਤੀ ਔਰ ਗੁਰੂ ਘਰ ਦੀ ਸੇਵਾ ਉਹ ਜਿਹੜੀ ਸੀ ਨਿਰੰਤਰ ਨਿਭਾਉਂਦੇ ਰਹੇ ਜੀ ਜੀ। ਅਤੇ ਫਿਰ ਤੁਹਾਡਾ ਬਚਪਨ ਅਤੇ ਵਿੱਦਿਆ ਜਿਹੜੀ ਆ ਉਹ ਫਿਰ ਤੁਸੀਂ ਕਿੱਥੋਂ ਪ੍ਰਾਪਤ ਕੀਤੀ? ਅਤੇ ਧਾਰਮਿਕ ਰੁਚੀ ਦੀ ਗੱਲ ਕਰੀਏ ਤਾਂ ਉਹ ਜਿਵੇਂ ਤੁਸੀਂ ਪਰਿਵਾਰਕ ਪਿਛੋਕੜ ਦਾ ਦੱਸਿਆ ਕਿ ਪਰਿਵਾਰ ਜਿਹੜਾ ਆ ਉਹ ਧਾਰਮਿਕ ਰੁਚੀ ਦਾ ਸੀਗਾ, ਅਤੇ ਫਿਰ ਕਿਵੇਂ ਤੁਸੀਂ ਵੀ ਫਿਰ ਸੋਚਿਆ? ਪਹਿਲਾਂ ਤਾਂ ਜੀ ਰੁਚੀ ਜਿਹੜੀ ਘਰ ਦੇ ਵਿੱਚੋਂ ਜੋ ਪ੍ਰਾਪਤ ਹੁੰਦਾ ਹੈ, ਘਰ ਦੇ ਵਿੱਚੋਂ ਇਹ ਰੁਚੀ ਸੀ ਕਿ ਘਰ ਦੇ ਵਿੱਚ ਮਾਹੌਲ ਹੋਣਾ, ਗੁਰੂ ਘਰ ਦੇ ਵਿੱਚ ਪ੍ਰੇਮ, ਜਾਂ ਪਿਤਾ ਜੀ ਦਾ ਇਸ ਸੇਵਾ ਦੇ ਵਿੱਚ ਲੱਗੇ ਹੋਣਾ,
ਉਸ ਤੋਂ ਬਾਅਦ ਵਿੱਚ ਜਿਹੜੀ ਮੇਰੀ ਮੁੱਢਲੀ ਜਿਹੜੀ ਵਿੱਦਿਆ ਸੀ, ਧਾਰਮਿਕ ਵਿੱਦਿਆ ਦੀ ਅਸੀਂ ਗੱਲ ਕਰਦੇ ਹਾਂ ਤਾਂ ਧਾਰਮਿਕ ਵਿੱਦਿਆ ਮੇਰੀ ਇੱਕ ਮਹਾਂਪੁਰਖ ਸੀ ਬਾਬਾ ਜਰਨੈਲ ਸਿੰਘ ਜੀ, ਪਿੱਛੇ ਉਹ ਕਾਲ ਚਲਾਣਾ ਕਰ ਗਏ। ਅੱਛਾ ਜੀ। ਉਹ ਨਿਰਮਲੇ ਸੰਪਰਦਾ ਦੇ ਨਾਲ ਸੰਬੰਧ ਰੱਖਦੇ ਸੀ ਜੀ। ਸ਼ੁਰੂਆਤੀ ਵਿੱਦਿਆ ਮੈਂ ਉੱਥੋਂ ਪ੍ਰਾਪਤ ਕੀਤੀ। ਜਿਹੜੀ ਸਕੂਲੀ ਵਿੱਦਿਆ ਸੀ ਉਹ ਵੀ ਜਿਹੜੀ 12ਵੀਂ ਕਲਾਸ ਤੱਕ ਮੇਰੀ ਜਿਹੜੀ ਸੀ ਉਹ ਪੱਟੀ ਸ਼ਹਿਰ ਦੇ ਵਿੱਚ ਹੀ ਜਿਹੜੀ ਹੋਈ, ਨਿਰੰਤਰ ਚੱਲਦੀ ਰਹੀ। ਉਸ ਤੋਂ ਬਾਅਦ ਗ੍ਰੈਜੂਏਸ਼ਨ ਜਿਹੜੀ ਸੀ ਉਹ ਅੰਮ੍ਰਿਤਸਰ ਆ ਕੇ ਜਿਹੜੀ ਸੀ ਮੈਂ ਉਹਨੂੰ ਕੰਪਲੀਟ ਕੀਤਾ ਤੇ ਥੋੜੇ ਸਮੇਂ ਵਾਸਤੇ ਹੁਣ ਮੈਂ ਪੋਸਟ ਗ੍ਰੈਜੂਏਸ਼ਨ ਵੀ ਸ਼ੁਰੂ ਕੀਤੀ ਸੀ ਪਟਿਆਲਾ ਯੂਨੀਵਰਸਿਟੀ ਤੋਂ ਜੀ। ਤੇ ਇਹ ਧਾਰਮਿਕ ਵਿੱਦਿਆ ਦੇ ਵਿੱਚ ਫਿਰ ਦਾਸ ਨੇ ਜਵੱਦੀ ਟਕਸਾਲ ਦੇ ਸੀ ਭਾਈ ਜਸਪਾਲ ਸਿੰਘ ਜੀ, ਉਹਨਾਂ ਤੋਂ ਕੀਰਤਨ ਦੀ ਸਿੱਖਿਆ ਲੈਣੀ ਸ਼ੁਰੂ ਕੀਤੀ ਜੀ। ਔਰ ਜਿਹੜੀ ਗੁਰਮਤਿ ਕਥਾ ਦੀ ਜਿਹੜੀ ਸੀ ਉਹਦੇ ਵਿੱਚ ਦਾਸ ਆਨੰਦਪੁਰ ਸਾਹਿਬ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ, ਜਿਨ੍ਹਾਂ ਦਾ ਅਕਾਲ ਚਲਾਣਾ ਕੁਝ ਦਿਨ ਪਹਿਲਾਂ ਹੋਇਆ, ਉਹਨਾਂ ਤੋਂ ਉਹਨਾਂ ਦੇ ਕਾਲਜ ਦੇ ਵਿੱਚ ਰਹਿ ਕੇ ਥੋੜਾ ਸਮਾਂ ਤੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਉਹਨਾਂ ਦੇ ਨਾਲ ਥੋੜਾ ਸਮਾਂ ਵਿਚਰ ਕਰਕੇ ਜਿਹੜਾ ਸੀ ਉਹ ਧਾਰਮਿਕ ਵਿੱਦਿਆ ਜਿਹੜੀ ਸੀ ਦਾਸ ਨੇ ਪ੍ਰਾਪਤ ਕੀਤੀ ਸੀ ਜੀ। ਜੀ ਤੇ ਫਿਰ ਗੱਲ ਕਰੀਏ ਜਿਵੇਂ ਧਾਰਮਿਕ ਵਿੱਦਿਆ ਦੀ ਤੁਸੀਂ ਗੱਲ ਕੀਤੀ ਆ, ਤਾਂ ਉਸ ਤੋਂ ਬਾਅਦ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਸੇਵਾਵਾਂ ਨਿਭਾਈਆਂ ਜਾਂ ਸਿੱਧਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿਹੜੀ ਤੁਸੀਂ ਇਸ ਵੇਲੇ? ਨਹੀਂ, ਮੈਂ ਜੀ ਸਭ ਤੋਂ ਪਹਿਲਾਂ ਜਦੋਂ ਧਾਰਮਿਕ ਵਿੱਦਿਆ ਪ੍ਰਾਪਤ ਕਰਨ ਤੋਂ ਬਾਅਦ ਤਕਰੀਬਨ 2004 ਤੋਂ ਪੰਜਾਬ ਦੇ ਬਹੁਤ ਸਾਰੇ ਜਿਹੜੇ ਬਾਹਰਲੇ ਇਲਾਕੇ ਸੀ ਪੰਜਾਬ ਤੋਂ ਇਲਾਵਾ ਵੀ, ਜਿਸ ਤਰ੍ਹਾਂ ਹਰਿਆਣਾ ਸੀ, ਰਾਜਸਥਾਨ, ਯੂਪੀ, ਐਮਪੀ, ਛੱਤੀਸਗੜ੍ਹ, ਮਹਾਰਾਸ਼ਟਰ, ਇਹਨਾਂ ਸਟੇਟਾਂ ਦੇ ਵਿੱਚ ਕਥਾ ਦੇ ਵਾਸਤੇ ਜਿਹੜਾ ਸੀ ਅਸੀਂ ਲਗਾਤਾਰ ਕਾਫੀ ਸਾਲ ਜਿਹੜਾ ਸੀ ਉਹ ਸੇਵਾਵਾਂ ਦੇ ਵਿੱਚ ਰਹੇ ਕਿ ਸੰਗਤਾਂ ਦੇ ਨਾਲ ਜਾਣਾ, ਸੰਗਤਾਂ ਨੇ ਬਹੁਤ ਸਾਰਾ ਉੱਥੇ ਵੀ ਪਿਆਰ ਦੇਣਾ ਜੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਦਾਸ ਨੇ ਜਿਹੜਾ ਹੈ ਬਤੌਰ ਪ੍ਰਚਾਰਕ ਜਿਹੜੀ ਹੈ ਉਹ 2015 ਦੇ ਵਿੱਚ ਇਹ ਸੇਵਾ ਜਿਹੜੀ ਸੀ ਉਹ ਨਿਰੰਤਰ ਹੁਣ ਤੱਕ ਜਿਹੜੀ ਇਹ ਚੱਲਦੀ ਪਈ ਹੈ ਜੀ। ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਦੋਂ ਤੁਹਾਨੂੰ ਸੇਵਾ ਮਿਲੀ, ਫਿਰ ਕਿਹੜੀਆਂ ਸੇਵਾਵਾਂ ਜਿਹੜੀਆਂ ਆ ਉਹ ਹੁਣ ਤੱਕ ਨਿਭਾਈਆਂ ਤੁਸੀਂ? ਸਭ ਤੋਂ ਪਹਿਲਾਂ ਜੀ ਮੈਂ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਚਾਰਕ ਬਤੌਰ ਜੁਆਇਨਿੰਗ ਕੀਤੀ ਤੇ ਮੇਰੀ ਪੋਸਟਿੰਗ ਜਿਹੜੀ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਸੁਲਤਾਨਪੁਰ ਲੋਧੀ ਜੀ, ਉੱਥੇ ਅਸਥਾਨ ਜਿੱਥੇ ਸੰਤ ਕਾਟ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੂਲ ਮੰਤਰ ਉਚਾਰਨ ਕੀਤਾ ਹੈ ਜੀ, ਉੱਥੇ ਬੇਬੇ ਨਾਨਕੀ ਸਿੱਖ ਮਿਸ਼ਨਰੀ ਕਾਲਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਜਿਹੜਾ ਚੱਲਦਾ ਹੈ, ਜਿੱਥੇ ਗੁਰਬਾਣੀ ਕੀਰਤਨ ਦੀ ਸਿਖਲਾਈ, ਤਬਲੇ ਦੀ ਸਿਖਲਾਈ ਔਰ ਪ੍ਰਚਾਰਕ ਕੋਰਸ ਜਿਹੜੇ ਸੀ ਕਰਾਏ ਜਾਂਦੇ ਸੀ। ਉੱਥੇ ਫਿਰ ਲਗਾਤਾਰ ਮੈਂ 2.5 ਸਾਲ ਜਿਹੜੀ ਸੀ ਉਹ ਬੱਚਿਆਂ ਨੂੰ ਗੁਰਮਤਿ ਵਿੱਦਿਆ ਦੇਣ ਵਾਸਤੇ ਮੇਰੀ ਡਿਊਟੀ ਲੱਗੀ ਧਾਰਮਿਕ ਟੀਚਰ ਦੇ ਤੌਰ ਦੇ ਉੱਪਰ ਤੇ ਲਗਾਤਾਰ ਉੱਥੇ 2.5 ਸਾਲ 2 ਸੈਸ਼ਨ ਸੀ। ਇੱਕ ਸੈਸ਼ਨ ਦਾ ਜਿਹੜਾ ਸਮਾਂ ਸੀ ਉਹ ਸਾਲ ਕੁ ਰਹਿੰਦਾ ਸੀ ਜਦੋਂ ਮੈਂ ਗਿਆ, ਤੇ ਦੂਸਰੇ ਸੈਸ਼ਨ ਨੂੰ 1.5 ਸਾਲ ਜਿਹੜਾ ਸੀ ਉਹ ਗੁਰਮਤਿ ਦੀ ਸਿੱਖਿਆ ਜਿੰਨੀ ਕੁ ਸਤਿਗੁਰੂ ਮਹਾਰਾਜ ਨੇ ਸੋਝੀ ਦਿੱਤੀ ਉਸ ਅਨੁਸਾਰ ਲੱਗੀਆਂ ਹੋਈਆਂ ਸੇਵਾਵਾਂ ਆਪਾਂ ਉੱਥੇ ਨਿਭਾਉਂਦੇ ਰਹੇ ਜੀ। ਜੀ ਤੇ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਤਾਂ ਕਾਫੀ ਕੁਝ ਜਿਹੜਾ ਆ ਉਹ ਸਿੱਖਣ ਨੂੰ ਵੀ ਮਿਲਿਆ ਹੋਵੇਗਾ? ਜੀ ਜੀ ਬਿਲਕੁਲ, ਜਿੱਥੇ ਸਿੱਖਣ ਨੂੰ ਮਿਲਦਾ, ਜਿੱਥੇ ਸਿਖਾਣੇ ਉੱਥੇ ਨਾਲ ਨਾਲ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਹੈ ਜੀ। ਜੀ ਤੇ ਫਿਰ ਗੱਲ ਕਰੀਏ ਤਾਂ ਜਿਵੇਂ ਤੁਸੀਂ ਦੀਵਾਨ ਹਲਮੰਜੀ ਸਾਹਿਬ ਤੋਂ ਵੀ ਕਥਾ ਜਿਹੜੀ ਆ ਉਹ ਕਰਦੇ ਹੋ, ਹੋਰ ਕਿਹੜੀ ਜਗ੍ਹਾ ਦੇ ਉੱਤੇ ਮੌਕਾ ਮਿਲਿਆ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਇਰਾ ਜਿਹੜਾ ਆ ਉਹ ਵੱਡਾ ਹੋਣ ਕਰਕੇ ਕਿੱਥੇ ਜਾ ਕੇ ਪ੍ਰਚਾਰ ਜਿਹੜਾ ਆ ਉਹ ਕੀਤਾ ਇੱਥੇ ਭਾਰਤ ਦੇ ਵਿੱਚ ਵੀ? ਬਹੁਤ ਸਾਰੀਆਂ ਪੰਜਾਬ ਦੇ ਵਿੱਚ ਹੀ ਸਟੇਟਾਂ ਸੀ ਜਿੱਥੇ ਬਹੁਤ ਸਾਰੇ ਥਾਂ ਇਤਿਹਾਸਿਕ ਸਥਾਨ, ਸੁਲਤਾਨਪੁਰ ਲੋਧੀ ਜਿੱਦਾਂ 550 ਸਾਲਾ ਉੱਥੇ ਮਨਾਇਆ ਗਿਆ ਜੀ। ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸਥਾਨ ਹੈ ਬੌਲੀ ਸਾਹਿਬ ਨਡਾਲਾ, ਉੱਥੇ ਕਾਫੀ ਲੰਮਾ ਸਮਾਂ ਕਥਾ ਦੀ ਡਿਊਟੀ ਰਹੀ। ਔਰ ਇੱਕ ਬਹੁਤ ਹੀ ਪਿਆਰ ਵਾਲੀ ਸ਼ਖਸੀਅਤ ਹੋਏ ਨੇ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਜੀ। ਮੁਰਾਲਾ ਵੈਸੇ ਪਾਕਿਸਤਾਨ ਦੇ ਵਿੱਚ ਮੁਰਾਲਾ ਸੀ ਜੀ। ਬਾਬਾ ਬਿਸ਼ਨ ਸਿੰਘ ਹੋਣਾ ਨੇ ਉਹਨਾਂ ਨੂੰ ਜਿਹੜੀ ਆਪਣੀ ਜਗ੍ਹਾ ਦੇ ਉੱਪਰ ਤਾਇਨਾਤ ਕੀਤਾ, ਮੁਖੀ ਬਣਾਇਆ ਉਸ ਸਥਾਨ ਦਾ। ਵੰਡ ਤੋਂ ਬਾਅਦ ਵਿੱਚ ਉਹ ਮਹਾਂਪੁਰਖ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਬੇਗੋਵਾਲ ਉਹਨਾਂ ਨੇ ਆ ਕੇ ਰਿਹਾਇਸ਼ ਕੀਤੀ ਜੀ। ਔਰ ਉਹ ਸਥਾਨ ਜਿੱਥੇ ਬਾਬਾ ਪ੍ਰੇਮ ਸਿੰਘ ਜੀ ਨੇ ਲੋਕਾਂ ਨੂੰ ਇਕੱਤਰ ਵੀ ਕੀਤਾ, ਧਾਰਮਿਕ ਸਿੱਖਿਆ ਵੀ ਦਿੱਤੀ ਤੇ ਵਿੱਦਿਆ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਬਹੁਤ ਕੰਮ ਕੀਤਾ ਜੀ। ਉਹਨਾਂ ਦੀ ਯਾਦ ਵਿੱਚ ਜਿਹੜਾ ਬੇਗੋਵਾਲ ਅਸਥਾਨ ਬਣਿਆ ਹੈ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ, ਉੱਥੇ ਲਗਾਤਾਰ ਤਕਰੀਬਨ 5 ਸਾਲ ਤੋਂ ਉੱਪਰ ਦਾਸ ਨੇ ਕਥਾ ਦੀ ਸੇਵਾ ਕੀਤੀ। ਔਰ ਜੇਕਰ ਕਿਹਾ ਜਾਵੇ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਇੱਕ ਐਸੀ ਸ਼ਖਸੀਅਤ ਨੇ ਕਿ ਜਿਨ੍ਹਾਂ ਦੇ ਪੈਰੋਕਾਰ ਜਾਂ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ, ਜਿਹੜੇ ਉਹਨਾਂ ਦੇ ਦਰ ਦੇ ਉੱਤੇ ਆਉਂਦੇ ਨੇ,
ਜਦੋਂ ਉਹਨਾਂ ਦੀ ਬਰਸੀ ਸਮਾਗਮ ਹੁੰਦਾ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਦੇਸ਼ਾਂ ਤੋਂ ਸੰਗਤ ਉੱਥੇ ਜਿਹੜਾ ਹੈ ਪਹੁੰਚਦੀ ਹੈ। ਯੂਰਪ ਦੇ ਵਿੱਚੋਂ ਪਹੁੰਚਦੀ, ਇੰਗਲੈਂਡ ਦੇ ਵਿੱਚੋਂ, ਕੈਨੇਡਾ ਦੇ ਵਿੱਚੋਂ, ਅਮਰੀਕਾ ਦੇ ਵਿੱਚੋਂ, ਸਮੁੱਚੀ ਦੁਨੀਆ ਦੇ ਵਿੱਚੋਂ ਸੰਗਤ ਉੱਥੇ ਪਹੁੰਚਦੀ ਹੈ। ਕਿ ਉਹ ਮਹਾਂਪੁਰਖਾਂ ਦਾ ਸਥਾਨ ਸੀ। ਉੱਥੇ ਸੇਵਾ ਕਰਨ ਤੋਂ ਨਾਲ ਜਿੱਥੇ ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਜੀ ਨੇ ਬਖਸ਼ਿਸ਼ ਕੀਤੀ, ਗੁਰੂ ਰਾਮਦਾਸ ਜੀ ਦੀ ਕਿਰਪਾ ਦੇ ਨਾਲ ਉਹ ਸਥਾਨ ਵਿਸ਼ਵ ਦਾ ਸਥਾਨ ਕਿ ਜਿੱਥੇ ਹਰ ਇੱਕ ਕਥਾ ਕਰਨ ਵਾਲੇ ਦਾ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਉਸ ਸਥਾਨ ਤੇ ਬੈਠ ਕੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਤੋਂ ਆਏ ਹੋਏ ਹੁਕਮ ਦੀ ਕਥਾ ਕਰ ਸਕਾਂ। ਗੁਰੂ ਰਾਮਦਾਸ ਮਹਾਰਾਜ ਜੀ ਨੇ ਇਹ ਤਰਸ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਦੇ ਸਥਾਨ ਦੇ ਉੱਤੇ ਕਥਾ ਕਰਨ ਦਾ ਜਿਹੜਾ ਸੀ ਉਹ ਸੁਭਾਗ ਦਿੱਤਾ, ਔਰ ਗੁਰੂ ਕਿਰਪਾ ਕਰਕੇ ਸੇਵਾ ਜਿਹੜੀ ਹੈ ਉਹ ਲੈਂਦਾ ਪਏ ਹਨ। ਜੀ ਸਿੰਘ ਸਾਹਿਬ ਜੀ, ਗੱਲ ਕਰੀਏ ਵਿਦੇਸ਼ਾਂ ਦੀ ਤਾਂ ਵਿਦੇਸ਼ ਦੀ ਕਿਹੜੀ ਧਰਤੀ ਦੇ ਉੱਤੇ ਜਾ ਕੇ ਵੀ ਪ੍ਰਚਾਰ ਕਰਨ ਦਾ, ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਜਿਹੜਾ ਹੈ ਉਹ ਪ੍ਰਾਪਤ ਹੋਇਆ? ਸਭ ਤੋਂ ਪਹਿਲਾਂ ਜੀ ਮੈਂ ਥਾਈਲੈਂਡ ਗਿਆ ਸੀ। ਥਾਈਲੈਂਡ ਤੋਂ ਬਾਅਦ ਵਿੱਚ ਸਿੰਗਾਪੁਰ, ਮਲੇਸ਼ੀਆ, ਇੰਡੋਨੇਸ਼ੀਆ, ਹਾਂਗਕਾਂਗ, ਇਹਨਾਂ ਦੇਸ਼ਾਂ ਦੇ ਵਿੱਚ ਜਾਣ ਦਾ ਜਿਹੜਾ ਸੀ ਸੰਗਤ ਨੇ ਬੁਲਾਇਆ। ਔਰ ਜਿੱਥੇ ਵੀ ਗਏ ਚਲੋ ਗੁਰੂ ਰਾਮਦਾਸ ਮਹਾਰਾਜ ਜੀ ਦੀ ਕਿਰਪਾ ਰਹੀ ਕਿ ਹਰ ਥਾਂ ਤੇ ਗੁਰਬਾਣੀ ਦਾ ਸਤਿਕਾਰ ਸੰਗਤ ਨੇ ਕੀਤਾ, ਬਹੁਤ ਪਿਆਰ ਸੰਗਤ ਨੇ ਦਿੱਤਾ ਹੈ। ਜੀ ਬਿਲਕੁਲ। ਤੇ ਹੁਣ ਪਹਿਲੀ ਵਾਰਾਂ ਇੰਗਲੈਂਡ ਦੀ ਧਰਤੀ ਦੇ ਉੱਤੇ, ਯੂਕੇ ਦੀ ਧਰਤੀ ਦੇ ਉੱਤੇ ਪਹੁੰਚ ਰਹੇ ਹੋ, ਕਿਵੇਂ ਲੱਗ ਰਿਹਾ ਵਾ, ਕਿਵੇਂ ਮਹਿਸੂਸ ਕਰ ਰਹੇ ਹੋ? ਕਿਉਂਕਿ ਅਸੀਂ ਦੇਖਦੇ ਹਾਂ ਵੱਖ-ਵੱਖ ਧਾਰਮਿਕ ਪ੍ਰਚਾਰਕ ਆ ਜਿਹੜੇ ਉਹ ਜਾਂਦੇ ਨੇ ਉੱਥੇ ਪ੍ਰਚਾਰ ਕਰਦੇ ਨੇ, ਤੁਹਾਨੂੰ ਵੀ ਪਹਿਲੀ ਵਾਰ ਜਿਹੜਾ ਆ ਉਹ ਮਹਾਰਾਜ ਨੇ ਕਿਰਪਾ ਕਰਕੇ ਮੌਕਾ ਜਿਹੜਾ ਆ ਉਹ ਦਿੱਤਾ ਹੈ। ਮੈਂ ਤੇ ਵੈਸੇ ਚਲੋ ਧੰਨਵਾਦੀ ਹਾਂ ਸਿੱਖ ਚੈਨਲ ਦਾ ਕਿ ਸਰੀਰ ਕਰਕੇ ਤੇ ਮੈਂ ਹੁਣ ਚੱਲਿਆ, ਵੈਸੇ ਪ੍ਰੋਗਰਾਮ ਕਰਕੇ ਜਾਂ ਮੇਰੀ ਆਵਾਜ਼ ਜਿਹੜੀ ਸੀ ਸਿੱਖ ਚੈਨਲ ਨੇ ਲਗਾਤਾਰ ਕਾਫੀ ਲੰਮੇ ਸਮੇਂ ਤੋਂ ਆਪ ਜੀ ਦੇ ਨਾਲ ਜਿਹੜੇ ਸੀ ਉਹ ਪ੍ਰੋਗਰਾਮ ਧਾਰਮਿਕ ਜਿਹੜੇ ਕਰਨ ਦਾ ਸੁਭਾਗ ਮਿਲਿਆ। ਔਰ ਸੰਗਤ ਦੇ ਨਾਲ ਮੈਂ ਸੋਚਦਾ ਕਿ ਮੇਰੀ ਸ਼ਾਇਦ ਪਹਿਲਾਂ ਤੋਂ ਹੀ ਉਹ ਮਹਾਰਾਜ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਕਿ ਇੱਕ ਪਿਆਰ, ਪ੍ਰੇਮ, ਸਨੇਹ ਜੋੜ ਦਿੱਤਾ, ਔਰ ਬਹੁਤ ਪਿਆਰ ਸੰਗਤ ਨੇ ਉਹਨਾਂ ਪ੍ਰੋਗਰਾਮਾਂ ਰਾਹੀਂ ਵੀ ਦਿੱਤਾ ਹੈ। ਔਰ ਗੁਰੂ ਕਿਰਪਾ ਕੀਤੀ ਹੈ, ਸਤਿਗੁਰੂ ਮਹਾਰਾਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕਰਕੇ ਹੁਣ ਯੂਕੇ, ਇੰਗਲੈਂਡ ਦੀ ਧਰਤੀ ਦੇ ਉੱਤੇ ਪ੍ਰਚਾਰਕ ਦੌਰਾ ਜਿਹੜਾ ਹੈ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸ਼ੁਰੂ ਹੋਣਾ ਹੈ। 20 ਜੂਨ ਤੋਂ ਇਹ ਦੌਰੇ ਦੀ ਆਰੰਭਤਾ ਹੋਣੀ ਹੈ। ਸੋ ਆਸ ਹੈ ਕਿ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨਗੇ, ਔਰ ਸੰਗਤ ਜਿਵੇਂ ਹਰ ਥਾਂ ਤੇ ਪਿਆਰ ਦਿੱਤਾ, ਮੰਜੀ ਸਾਹਿਬ ਦੀਵਾਨ ਹਾਲ ਪਿਆਰ ਦਿੱਤਾ, ਜਾਂ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਸਥਾਨ ਦੇ ਉੱਤੇ ਪਿਆਰ ਮਿਲਿਆ, ਵਿਦੇਸ਼ਾਂ ਦੀ ਧਰਤੀ ਤੇ ਪਿਆਰ ਮਿਲਿਆ, ਉਹੀ ਪਿਆਰ, ਉਹੀ ਸਨੇਹ ਜਿਹੜਾ ਹੈ ਉਹ ਇੰਗਲੈਂਡ ਦੀ ਧਰਤੀ ਤੇ ਵੀ ਪ੍ਰਾਪਤ ਜ਼ਰੂਰ ਹੋਵੇਗਾ। ਜੀ ਬਿਲਕੁਲ ਹੈ। ਤੇ ਕਿੰਨੀ ਦੇਰ ਦਾ ਤੁਹਾਡਾ ਇਹ ਟੂਰ ਜਿਹੜਾ ਆ ਉਹ ਹੈਗਾ ਆ ਇੰਗਲੈਂਡ ਦੀ ਧਰਤੀ ਦੇ ਉੱਤੇ? ਕਿਉਂਕਿ ਸੰਗਤਾਂ ਜਿਹੜੀਆਂ ਆ ਉਹ ਜ਼ਰੂਰ ਜਾਣਨਾ ਚਾਹਣਗੀਆਂ, ਕਿਉਂਕਿ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਸਾਹਿਬ ਦੇ ਵਿੱਚ ਤੇ ਨਾਲ ਹੋਰ ਜਿਹੜੇ ਘਰਾਂ ਦੇ ਵਿੱਚ ਵੀ ਸੰਗਤਾਂ ਨੇ ਕਈ ਵਾਰਾਂ ਬੁਲਾ ਕੇ ਜਿਹੜਾ ਆ ਉਹ ਕਥਾ ਕੀਰਤਨ ਦੀ ਹਾਜ਼ਰੀ ਜਿਹੜੇ ਆ ਲਵਾਉਂਦੇ ਆ। ਤੇ ਉਹਨਾਂ ਵਾਸਤੇ ਇੱਕ ਵਾਰ ਫਿਰ ਮੈਂ ਦੁਬਾਰਾ ਜਿਹੜਾ ਨੰਬਰ ਵੀ ਦੱਸ ਦਿੰਦਾ, ਫਿਰ ਆਪਾਂ ਭਾਈ ਸਾਹਿਬ ਤੋਂ ਜਿਹੜਾ ਆ ਉਹ ਵੀ ਜਾਣਦੇ ਹਾਂ। ਇਹਨਾਂ ਦਾ ਨੰਬਰ ਤੁਸੀਂ ਜੇ ਕੰਟੈਕਟ ਕਰਨਾ ਉੱਥੇ ਬੁਕਿੰਗ ਵਾਸਤੇ ਤਾਂ 9914886071 ਤੇ ਇੱਕ ਨੰਬਰ ਜਿਹੜਾ ਹੈ ਉਹ 7888951411। ਸੋ ਇਹ ਨੰਬਰ ਜਿਹੜੇ ਆ WhatsApp ਨੰਬਰ ਨੇ, ਇੰਡੀਆ ਦੇ ਨੰਬਰ ਨੇ। ਇਹਨਾਂ ਦੇ ਉੱਤੇ ਕੰਟੈਕਟ ਜਿਹੜਾ ਯੂਕੇ ਦੇ ਵਿੱਚ ਵੀ ਤੁਸੀਂ ਕਰ ਸਕਦੇ ਹੋ, ਇਹਨਾਂ ਨੂੰ ਜਿਹੜਾ ਆ ਉਹ ਬੁਲਾ ਸਕਦੇ ਹੋ ਤੁਸੀਂ ਕਥਾ ਵਾਸਤੇ। ਸੋ ਸੰਗਤਾਂ ਜਿਹੜੀਆਂ ਆ ਉਹ ਹਮੇਸ਼ਾ ਹੀ ਪ੍ਰਚਾਰਕ ਜਦੋਂ ਵੀ ਆਉਂਦੇ ਆ, ਸੋ ਸੰਗਤਾਂ ਜਿਹੜੀਆਂ ਆ ਉਹ ਹਮੇਸ਼ਾ ਹੀ ਜਦੋਂ ਕੋਈ ਪ੍ਰਚਾਰਕ ਯੂਕੇ ਦੀ ਧਰਤੀ ਦੇ ਉੱਤੇ ਪਹੁੰਚਦੇ ਆ ਤਾਂ ਉਹਨਾਂ ਨੂੰ ਬੜਾ ਮਾਣ ਸਨਮਾਨ ਜਿਹੜਾ ਆ ਉਹ ਦਿੱਤਾ ਜਾਂਦਾ ਆ। ਸੋ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਜੀ ਵੀ ਉੱਥੇ ਪਹੁੰਚ ਰਹੇ ਆ। ਸੋ ਸੰਗਤਾਂ ਜਿਹੜੀਆਂ ਆ ਉਹ ਜਿਹੜੇ ਮੈਂ ਨੰਬਰ ਹੁਣੇ ਦੱਸੇ ਆ ਉਹਨਾਂ ਦੇ ਉੱਤੇ ਕੰਟੈਕਟ ਕਰਕੇ ਜਿਹੜਾ ਆ ਉਹ ਇਹਨਾਂ ਦੇ ਨਾਲ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਸਕਰੀਨ ਦੇ ਹੇਠਾਂ ਵੀ ਤੁਸੀਂ ਨੰਬਰ ਜਿਹੜੇ ਆ ਉਹ ਦੇਖ ਰਹੇ ਹੋ, ਇਹਨਾਂ ਨੰਬਰਾਂ ਦੇ ਉੱਤੇ ਤੁਸੀਂ ਇਹਨਾਂ ਨਾਲ ਜਿਹੜਾ ਕੰਟੈਕਟ ਆ, ਸੰਪਰਕ ਆ ਉਹ ਕਰ ਸਕਦੇ ਹੋ। ਸੋ ਫਿਰ ਮੈਂ ਉਸੇ ਸਵਾਲ ਦੇ ਉੱਤੇ ਆਵਾਂ ਕਿ ਜਿਹੜਾ ਟੂਰ ਹੈ ਤੁਹਾਡਾ ਉਹ ਵੀ ਸੰਗਤਾਂ ਜਾਣਨੀਆਂ ਚਾਹੁੰਦੀਆਂ ਨੇ ਕਿ ਕਿੰਨੇ ਸਮੇਂ ਦਾ ਜਿਹੜਾ ਟੂਰ ਆ ਹੈਗਾ ਆ? ਜਿਸ ਤਰ੍ਹਾਂ ਜੀ ਕਿ ਇੰਗਲੈਂਡ ਜਿਹੜਾ ਉਹ 6 ਮਹੀਨੇ ਦਾ ਜਿਹੜਾ ਉਹ ਵੀਜ਼ਾ ਦਿੰਦਾ ਹੈ ਜੀ। ਅਤੇ ਵੀਜ਼ਾ ਦੇਣ ਤੋਂ ਬਾਅਦ ਵਿੱਚ ਜਿਹੜੀ ਐਂਟਰੀ ਹੈ ਉਹ ਜਦੋਂ ਅਸੀਂ ਉਸ ਕੰਟਰੀ ਦੇ ਵਿੱਚ ਪਹੁੰਚਦੇ ਹਾਂ ਅਤੇ ਉੱਥੇ ਜਾ ਕੇ ਪਤਾ ਲੱਗਦੀ। ਵੈਸੇ ਜਿੰਨਾ ਸਮਾਂ ਸੰਗਤ ਪ੍ਰੇਮ ਕਰੇਗੀ ਉਨਾ ਸਮਾਂ ਆਪਾਂ ਇੰਗਲੈਂਡ ਦੀ ਧਰਤੀ 'ਤੇ ਰਵਾਂਗੇ ਜੀ ਬਿਲਕੁਲ। ਸੋ ਅਗਲਾ ਮੇਰਾ ਸਵਾਲ ਇਹ ਹੈ ਕਿ ਵਿਦੇਸ਼ ਦੀ ਧਰਤੀ ਦੇ ਉੱਤੇ ਜਾ ਕੇ ਤੁਹਾਨੂੰ ਜਿਹੜਾ ਆ ਉਹ ਇੰਨਾ ਜਿਹੜਾ ਹੋਰ ਵੀ ਪ੍ਰਚਾਰਕ ਜਾਂਦੇ ਆ, ਕੀ ਲੱਗਦਾ ਹੈ ਕਿ ਕਿੰਨੀ ਕੁ ਜ਼ਰੂਰਤ ਹੈਗੀ ਆ ਉੱਥੇ ਜਾ ਕੇ ਪ੍ਰਚਾਰ ਕਰਨ ਦੀ? ਜਿਵੇਂ ਹੁਣ ਨਵਾਂ ਯੂਥ ਆ, ਕਈ ਵਾਰ ਆਪਾਂ ਸੋਚਦੇ ਹਾਂ ਕਿ ਉਹ ਥੋੜ੍ਹਾ ਧਾਰਮਿਕ ਜਿਹੜਾ ਆ ਉਹ ਘੱਟ ਆ।
ਸੋ ਕੀ ਤੁਸੀਂ ਮਹਿਸੂਸ ਕਰਦੇ ਹੋ, ਕਿਉਂਕਿ ਬਹੁਤ ਸਾਰੇ ਪ੍ਰਚਾਰਕ ਜਿਹੜੇ ਆ ਉਹ ਜਾਂਦੇ ਆ, ਢਾਡੀ ਜਥੇ ਵੀ ਜਾਂਦੇ ਆ, ਕੀਰਤਨੀ ਜਥੇ ਵੀ ਜਾਂਦੇ ਆ ਜੀ। ਇੱਕ ਤਾਂ ਜੀ ਦੇਖੋ, ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਜੀਵਨ ਦੇ ਵਿੱਚ ਪਰਿਵਰਤਨ ਆਉਂਦਾ ਹੈ ਨਾ, ਉਹ ਸਭ ਤੋਂ ਪਹਿਲਾਂ ਘਰ ਦੇ ਵਿੱਚੋਂ ਆਉਂਦਾ ਹੈ। ਜੀ ਦੂਸਰਾ ਸਾਨੂੰ ਮਾਹੌਲ ਸਕੂਲ ਦੇ ਵਿੱਚੋਂ ਮਿਲਦਾ ਹੈ। ਜੀ ਜੀ ਤੀਸਰਾ ਸਾਨੂੰ ਇਹ ਜਿਹੜਾ ਮਾਹੌਲ ਮਿਲਣਾ ਹੈ ਨਾ ਜੀਵਨ ਪਰਿਵਰਤਨ ਵਾਸਤੇ, ਉਹ ਗੁਰੂ ਘਰ ਦੇ ਵਿੱਚੋਂ ਮਿਲਣਾ। ਜੀ ਸੋ ਇੱਕ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਤਰਾਸਦੀ ਹੈ ਜਾਂ ਮਜਬੂਰੀ ਕਹਿ ਸਕਦੇ ਹਾਂ ਕਿ ਉਹਨਾਂ ਮੁਲਕਾਂ ਦੇ ਵਿੱਚ ਸਾਡੇ ਬੱਚੇ ਜਦੋਂ ਪੜ੍ਹਦੇ ਆ ਹਾਂਜੀ ਤੇ ਗੁਰਮੁਖੀ ਤੋਂ, ਗੁਰਬਾਣੀ ਤੋਂ ਥੋੜ੍ਹਾ ਜਿਹਾ ਉਹਨਾਂ ਸਕੂਲਾਂ ਦਾ ਵਿੱਚ ਪ੍ਰਬੰਧ ਨਾ ਹੋਣ ਕਰਕੇ ਤੋਂ ਥੋੜ੍ਹਾ ਦੂਰ ਰਹਿੰਦੇ ਆ। ਜੀ ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਜਿਹੜੇ ਮੂਲ ਸਾਡੇ ਪੰਜਾਬੀ ਹੈ ਜਾਂ ਗੁਰਮੁਖੀ ਜੀ ਸਾਨੂੰ ਆਉਂਦੀ ਹੋਏਗੀ ਤੇ ਅਸੀਂ ਤਾਂ ਗੁਰਬਾਣੀ ਸਹੀ ਤਰੀਕੇ ਦੇ ਨਾਲ, ਸਹੀ ਢੰਗ ਦੇ ਨਾਲ ਉਹਦਾ ਪ੍ਰਚਾਰ ਤੇ ਪ੍ਰਸਾਰ ਕਰ ਸਕਦੇ ਹਾਂ। ਵੈਸੇ ਬਹੁਤ ਸਾਰਾ ਪ੍ਰਚਾਰ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਹੋਇਆ, ਬਹੁਤ ਸਾਰੇ ਯੂਥ ਜਿਹੜਾ ਸੀ ਉਹ ਇਸ ਕਾਰਜ ਦੇ ਵਿੱਚ ਅੱਗੇ ਵੀ ਆਇਆ। ਸੋ ਲੋੜ ਹੁੰਦੀ ਹੈ ਕਿ ਕੋਈ ਵੀ ਪ੍ਰਯਾਸ ਜਿਹੜਾ ਹੈ ਨਾ ਜੀ, ਉਹਨੂੰ ਨਿਰੰਤਰ ਚੱਲਦਾ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਉਹਦੇ ਚੰਗੇ ਜਿਹੜੇ ਰਿਜ਼ਲਟ ਲੈਣਾ ਚਾਹੁੰਦੇ ਹਾਂ ਤੇ ਉਹ ਪ੍ਰਯਾਸ ਨੂੰ ਜਿਹੜਾ ਹੈ ਉਹ ਬੰਦ ਨਹੀਂ ਕੀਤਾ ਜਾਣਾ ਚਾਹੀਦਾ, ਉਹ ਲਗਾਤਾਰ ਚੱਲਦਾ ਰਹੇ। ਔਰ ਜਿਵੇਂ ਵਿਦੇਸ਼ ਦੇ ਵਿੱਚ ਵੱਖ-ਵੱਖ ਵਿਦਵਾਨ ਜਾਂਦੇ ਨੇ, ਢਾਡੀ ਕਵੀਸ਼ਰ ਜਾਂਦੇ ਨੇ, ਕਥਾਵਾਚਕ ਜਾਂਦੇ ਨੇ, ਇਹੀ ਹੈ ਕਿ ਉਹ ਪ੍ਰੋਸੈਸ ਲਗਾਤਾਰ ਕੰਟੀਨਿਊ ਰਹੇ, ਚੱਲਦਾ ਰਹੇ। ਸੋ ਜਿਹਦੇ ਪ੍ਰੋਸੈਸ ਲਗਾਤਾਰ ਚੱਲੇਗਾ, ਔਰ ਇਹ ਤਾਂ ਗੁਰਬਾਣੀ ਦਾ ਅਥਾਹ ਸਾਗਰ ਹੈ, ਸਮੁੰਦਰ ਹੈ। ਸਤਿਗੁਰੂ ਮਹਾਰਾਜ ਜੀ ਨੂੰ ਜਿੰਨੀ ਬਖਸ਼ਿਸ਼ ਕਰਦੇ ਨੇ ਉਹ ਉਨਾ ਕੁ ਗਿਆਨ ਲੈ ਕੇ ਜਾਂਦਾ ਹੈ ਤੇ ਉਹ ਸੰਗਤ ਦੇ ਨਾਲ ਸਾਂਝ ਪਾਉਂਦਾ ਹੈ। ਸੋ ਗੁਰੂ ਕਾ ਗਿਆਨ ਹੈ, ਅਥਾਹ ਸਮੁੰਦਰ ਹੈ। ਸੋ ਹਰ ਇੱਕ ਬੁਲਾਰੇ ਦੇ ਮਨ ਦੇ ਵਿੱਚ ਇੱਛਾ ਹੁੰਦੀ ਹੈ ਕਿ ਮੈਂ ਆਪਣੇ ਵੱਲੋਂ ਜੋ ਮੈਨੂੰ ਪ੍ਰਾਪਤ ਹੋਇਆ ਧਾਰਮਿਕ ਸਿੱਖਿਆ ਦੇ ਤੌਰ ਤੇ ਜਾਂ ਜੋ ਮੇਰੇ ਜੀਵਨ ਦੇ ਵਿੱਚ ਮੈਨੂੰ ਮਿਲਿਆ, ਮੈਂ ਉਹ ਅੱਗੇ ਜਾ ਕੇ ਵੰਡ ਸਕਾਂ। ਸੋ ਇਹ ਬੁਲਾਰੇ ਦੇ ਵਾਸਤੇ ਜ਼ਰੂਰੀ ਹੁੰਦਾ ਹੈ ਤੇ ਸੰਗਤ ਵਾਸਤੇ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਸੰਗਤ ਉਹਨਾਂ ਸਮਿਆਂ ਦੇ ਵਿੱਚ ਉਹ ਸਥਾਨਾਂ ਦੇ ਉੱਤੇ ਪਹੁੰਚੇ ਤੇ ਇਹ ਚੀਜ਼ ਦਾ ਜਿਹੜਾ ਸਾਡਾ ਧਾਰਮਿਕ ਜੀਵਨ ਹੈ, ਉਹਦੀ ਰੁਚੀ, ਸਾਡੀ ਧਾਰਮਿਕ ਖੁਰਾਕ ਹੈ, ਉਹ ਗੁਰੂ ਘਰਾਂ ਦੇ ਵਿੱਚੋਂ ਪ੍ਰਾਪਤ ਹੋਣੀ, ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਸੋ ਸਤਿਗੁਰੂ ਮਹਾਰਾਜ ਕਿਰਪਾ ਕਰਦੇ ਆ ਕਿ ਮਿਲ ਬੈਠ ਕੇ ਹੋ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵ ਲਾਏ, ਕਿ ਅਸੀਂ ਇਕੱਠੇ ਹੋ ਕਰਕੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਕਰਨੀ, ਕੁਝ ਸਿੱਖਣਾ ਹੈ, ਕੁਝ ਸਿਖਾਉਣਾ ਹੈ, ਰਲ ਮਿਲ ਕੇ ਸਤਿਗੁਰੂ ਮਹਾਰਾਜ ਜੀ ਦੇ ਉਪਦੇਸ਼ ਦੇ ਉੱਪਰ ਚੱਲਣ ਦਾ ਯਤਨ ਕਰਨਾ ਹੈ। ਜੀ ਬਿਲਕੁਲ। ਜਿਵੇਂ ਤੁਸੀਂ ਆਪਣੇ ਜੀਵਨ ਦੇ ਬਾਰੇ ਦੇ ਵਿੱਚ ਸਾਰੀ ਗੱਲਬਾਤ ਸੰਗਤਾਂ ਦੇ ਨਾਲ ਸਾਂਝੀ ਕੀਤੀ ਹੈ, ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਪਰਿਵਾਰਕ ਪਿਛੋਕੜ ਜਿਹੜਾ ਉਹਦੇ ਬਾਰੇ ਗੱਲਬਾਤ ਕੀਤੀ ਅਤੇ ਪਰਿਵਾਰ ਜਿਹੜਾ ਆ ਉਹ ਪਹਿਲਾਂ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀਗਾ। ਜੇਕਰ ਗੱਲ ਕਰੀਏ ਅੱਜ ਦੀ ਅਸੀਂ ਪੀੜ੍ਹੀ ਦੀ, ਤਾਂ ਕਿੰਨਾ ਕੁ ਅਸਰ ਜਿਹੜਾ ਤੁਸੀਂ ਮਹਿਸੂਸ ਕਰਦੇ ਹੋ ਕਿ ਬੱਚਿਆਂ ਦੇ ਉੱਤੇ ਘਰ ਦੇ ਵਿੱਚ ਚੱਲਦੇ ਵਿਵਹਾਰ ਦਾ ਜਿਹੜਾ ਆ ਉਹ ਪੈਂਦਾ ਆ ਕਿ ਅਸੀਂ ਸਵੇਰੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਸਾਡੀ ਕੀ ਰੁਚੀ ਹੈਗੀ ਆ, ਅਸੀਂ ਕੀ ਕਾਰ ਵਿਹਾਰ ਜਿਹੜਾ ਘਰ ਦੇ ਵਿੱਚ ਕਰ ਰਹੇ, ਉਸ ਚੀਜ਼ ਦਾ ਅਸਰ ਕਿਤੇ ਨਾ ਕਿਤੇ ਜ਼ਹਿਨੀ ਤੌਰ ਦੇ ਉੱਤੇ ਬੱਚੇ ਦੇ ਬਿਲਕੁਲ ਜੀ ਉੱਤੇ। ਬਿਲਕੁਲ। ਮੈਂ ਪਹਿਲਾਂ ਵੀ ਇਹੀ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਜਿਹੜਾ ਮਾਹੌਲ ਆ ਉਹ ਘਰ ਦੇ ਵਿੱਚੋਂ ਮਿਲਦਾ ਜੀ, ਫਿਰ ਦੂਸਰਾ ਮਾਹੌਲ ਸਕੂਲ ਹੁੰਦਾ ਤੇ ਤੀਸਰਾ ਗੁਰੂ ਘਰ ਹੁੰਦਾ। ਕਿਉਂਕਿ ਸਭ ਤੋਂ ਜ਼ਿਆਦਾ ਅਸੀਂ ਜ਼ਿੰਦਗੀ ਵਿੱਚ ਜੇਕਰ ਸਮਾਂ ਗੁਜ਼ਾਰਦੇ ਹਾਂ ਤੇ ਘਰ ਦੇ ਵਿੱਚ ਗੁਜ਼ਾਰਦੇ ਹਾਂ। ਬਿਲਕੁਲ। ਸਕੂਲ ਦੇ ਵਿੱਚ ਉਸ ਤੋਂ ਦੂਜੇ ਨੰਬਰ ਤੇ ਅਸੀਂ ਕਹੀਏ ਕਿ ਸਕੂਲ ਦੇ ਵਿੱਚ ਜਾਂਦੇ ਹਾਂ ਤੇ ਬੱਚਾ ਪੜ੍ਹੇਗਾ, ਕੋਈ 8-10 ਘੰਟੇ ਸਕੂਲ ਦੇ ਵਿੱਚ ਰਹੇਗਾ ਵਿਦਿਆ ਵਾਸਤੇ। ਉਸ ਤੋਂ ਬਾਅਦ ਵਿੱਚ ਜਿਹੜਾ ਅਸੀਂ ਜਿਸ ਤਰ੍ਹਾਂ ਵਿਦੇਸ਼ ਦੇ ਵਿੱਚ ਚਲੋ ਕੰਮਕਾਰ ਜਾਂ ਬਿਜੀ ਸ਼ਡਿਊਲ ਹੋਣ ਕਰਕੇ ਕਿ ਵੀਕਲੀ ਜ਼ਿਆਦਾਤਰ ਸੰਗਤ ਜਿਹੜੀ ਉਹ ਗੁਰੂ ਘਰਾਂ ਦੇ ਵਿੱਚ ਜਾਂਦੀ ਹੈ। ਸੋ ਇਹ ਬਹੁਤ ਜ਼ਰੂਰੀ ਹੈ ਕਿ ਘਰਾਂ ਦੇ ਵਿੱਚ ਵੀ ਮਾਹੌਲ ਜਿਹੜਾ ਹੈ ਉਸ ਤਰ੍ਹਾਂ ਦਾ ਹੋਣਾ ਚਾਹੀਦਾ। ਜੈਸੀ ਘਰ ਦੇ ਵਿੱਚੋਂ ਰੰਗਤ ਮਿਲਦੀ ਹੈ ਉਸ ਤਰ੍ਹਾਂ ਦਾ ਫਿਰ ਜੀਵਨ ਅੱਗੇ ਜ਼ਰੂਰ ਮਿਲਦਾ ਹੈ। ਜੇਕਰ ਘਰ ਦੇ ਵਿੱਚ ਮਾਤਾ ਪਿਤਾ ਜੀ ਧਾਰਮਿਕ ਰੁਚੀ ਵਾਲੇ ਨੇ ਜਾਂ ਘਰ ਦੇ ਵਿੱਚ ਬਜ਼ੁਰਗ ਜਿਹੜੇ ਨੇ ਉਹ ਧਾਰਮਿਕ ਰੁਚੀ ਰੱਖਦੇ ਨੇ ਤੇ ਉਹ ਜ਼ਰੂਰੀ ਹੁੰਦਾ ਹੈ ਕਿ ਉਹ ਅਸਰ ਜਿਹੜਾ ਹੈ ਉਹ ਬੱਚਿਆਂ ਦੇ ਉੱਪਰ ਹੀ ਹੁੰਦਾ ਜ਼ਰੂਰ ਹੈ। ਜੀ ਜੀ। ਜੇ ਗੱਲ ਇੱਥੋਂ ਦੀ ਕਰੀਏ, ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੀ ਗੱਲ ਕਰੀਏ, ਤਾਂ ਇੱਥੇ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦੇ ਬੱਚੇ ਵੀ ਜਿਹੜੇ ਆ ਉਹ ਕਈ ਵਾਰ ਬੜੇ ਨਿਰਾਸ਼ ਪਰਿਵਾਰ ਇਸ ਤਰ੍ਹਾਂ ਦੇ ਮਿਲਦੇ ਆ ਕਿ ਬੱਚੇ ਜਿਹੜੇ ਆ ਉਹ ਆਕੇ ਨਹੀਂ ਲੱਗ ਰਹੇ। ਅਸੀਂ ਉਹਨਾਂ ਨੂੰ ਕਿਹਾ ਕਿ ਕੇਸ ਰੱਖੋ ਅਤੇ ਤੁਸੀਂ ਪਾਠ ਕਰਿਆ ਕਰੋ। ਸੋ ਅਜਿਹੇ ਜਿਹੜੇ ਪਰਿਵਾਰ ਨੇ ਜਾਂ ਮਾਵਾਂ ਨੇ ਜਾਂ ਮਾਂ ਪਿਓ ਨੇ ਉਹ ਬੜੇ ਇਸ ਗੱਲ ਨੂੰ ਲੈ ਕੇ ਚਿੰਤਤ ਹੈਗੇ ਆ। ਤੁਸੀਂ ਕੀ ਵਜ੍ਹਾ ਜਿਹੜੀ ਆ ਉਹ ਇੱਥੇ ਸਮਝਦੇ ਹੋ, ਚਾਹੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਆਪਣਾ ਰੋਲ ਬਖੂਬੀ ਨਿਭਾ ਰਹੀ ਆ, ਪਰ ਫਿਰ ਵੀ ਕੁਝ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਜਾਂ ਉਣਤਾਈਆਂ ਕਹਿ ਲਈਏ ਆ ਰਹੀਆਂ ਨੇ ਜਿਹੜੀਆਂ ਬੱਚਿਆਂ ਨੂੰ ਕਿਤੇ ਨਾ ਕਿਤੇ ਗੁਰੂ ਦੇ ਰਸਤੇ ਤੋਂ ਭਟਕਾ ਕੇ ਜਿਹੜਾ ਦੂਸਰੇ ਪਾਸੇ ਨੂੰ ਲੈ ਜਾਂਦੀਆਂ ਨੇ? ਦੇਖੋ ਜੀ, ਸਭ ਤੋਂ ਪਹਿਲਾਂ ਕੀ ਹੁੰਦਾ ਹੈ ਕਿ ਕਮਿਊਨੀਕੇਸ਼ਨ ਉਦੋਂ ਕੰਪਲੀਟ ਹੁੰਦਾ ਹੈ ਜਦੋਂ ਅੱਗੋਂ ਫੀਡਬੈਕ ਮਿਲਦੀ ਹੈ। ਜੀ।
ਜਿਸ ਤਰ੍ਹਾਂ ਇੱਕ ਵੱਡੀ ਕੋਈ ਸੰਸਥਾ ਇਸ ਵਾਸਤੇ ਕਾਰਜ ਕਰਦੀ, ਜਿਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕਾਰਜ ਸਾਰੇ ਕਰਦੀ ਪਈ ਹੈ। ਸੋ ਮਾਹੌਲ ਜੇ ਅੱਜ ਕੱਲ ਬੱਚੇ ਉਸ ਦੂਸਰੇ ਪਾਸੇ ਨੂੰ ਜਾ ਰਹੇ ਨੇ, ਪਤਤਪੂਨਾ ਜਾਂ ਨਸ਼ੇ ਵਾਲੇ ਪਾਸੇ ਜਾ ਰਹੇ ਨੇ, ਉਹਦੇ ਵਿੱਚ ਕਿਤੇ ਨਾ ਕਿਤੇ ਸਾਡੇ ਮਾਪਿਆਂ ਦਾ ਜਿਹੜਾ ਅਵੇਸਲਾਪਨ ਉਹ ਦਿਖਾਈ ਜ਼ਰੂਰ ਦਿੰਦਾ ਹੈ ਕਿ ਮਾਤਾ ਪਿਤਾ ਜਿਹੜੇ ਨੇ ਉਹ ਕਈ ਵਾਰੀ ਕੀ ਹੁੰਦਾ ਹੈ ਕਿ ਗੁਰੂ ਦੀ ਸੰਗਤ ਨੂੰ ਛੱਡ ਕੇ, ਗੁਰਦੁਆਰੇ ਨੂੰ ਛੱਡ ਕੇ ਕਿਤੇ ਵਹਿਮ ਭਰਮ ਜਿਹੜੇ ਨੇ ਉਸ ਪਾਸੇ ਤੁਰ ਪੈਂਦੇ ਨੇ, ਜਾਂ ਕੋਈ ਕਬਰਾਂ ਵਾਲੇ ਪਾਸੇ ਉਹਨਾਂ ਦੀ ਪੂਜਾ ਵਾਲੇ ਪਾਸੇ ਤੁਰ ਪੈਂਦਾ, ਜਾਂ ਕੋਈ ਦੇਹਧਾਰੀ ਜਿਹੜੇ ਹੋਣ ਲੋਕ ਉਹਨਾਂ ਦੇ ਪਿੱਛੇ ਤੁਰਦੇ ਨੇ। ਸੋ ਜਿਵੇਂ ਦਾ ਫਿਰ ਘਰ ਦੇ ਵਿੱਚ ਮਾਹੌਲ, ਜਿਵੇਂ ਪਹਿਲੋਂ ਗੱਲ ਕਰਦੇ ਸੀ ਕਿ ਘਰ ਦੇ ਵਿੱਚ ਮਾਹੌਲ ਜੇਕਰ ਸਹੀ ਮਿਲੇਗਾ, ਬਿਲਕੁਲ ਖੁਰਾਕ ਜਿਵੇਂ ਭੋਜਨ ਦੀ ਖੁਰਾਕ ਹੈ, ਉਹ ਘਰ ਦੇ ਵਿੱਚੋਂ ਮਾਤਾ ਪਿਤਾ ਜਿਹੜੀ ਮਾਤਾ ਭੋਜਨ ਰਸੋਈ ਦੇ ਵਿੱਚ ਤਿਆਰ ਕਰਦੀ ਹੈ ਤੇ ਉਹ ਭੋਜਨ ਬੱਚਾ ਖਾਏਗਾ। ਜੇਕਰ ਭੋਜਨ ਮਾਂ ਸਹੀ ਤਿਆਰ ਕਰਦੀ ਹੈ ਤੇ ਬੱਚੇ ਦਾ ਜਿਹੜਾ ਪਾਲਣ ਪੋਸ਼ਣ, ਉਹਦੀ ਤੰਦਰੁਸਤੀ ਜਿਹੜੀ ਉਹ ਬਿਹਤਰ ਹੋਵੇਗੀ। ਤੇ ਜੇਕਰ ਮਾਂ ਇਸ ਗੱਲੇ ਚਿੰਤਤ ਨਹੀਂ ਹੈ, ਉਹ ਜਿਸ ਤਰ੍ਹਾਂ ਬਿਆ ਪਰੋਸਾ ਜਾਂ ਕੋਈ ਗਲਤ ਤਰੀਕੇ ਦਾ ਭੋਜਨ ਜਿਹੜਾ ਨਹੀਂ ਖਾਣਾ ਚਾਹੀਦਾ, ਬੱਚੇ ਦੇ ਵਾਸਤੇ ਨਹੀਂ ਜ਼ਰੂਰੀ, ਜੇਕਰ ਉਹ ਪਰੋਸਿਆ ਜਾਂਦਾ ਹੈ ਤੇ ਉਹਦਾ ਨੁਕਸਾਨ ਜ਼ਾਹਰ ਦੀ ਗੱਲ ਹੈ ਕਿ ਬੱਚੇ ਦੇ ਜੀਵਨ ਤੇ ਹੋਏਗਾ। ਸੋ ਇਸੇ ਤਰ੍ਹਾਂ ਜਿਹੜੀ ਸੋਚਣੀ ਹੈ, ਸਾਡੀ ਸੋਚ ਸ਼ਕਤੀ ਹੈ, ਜੇਕਰ ਉਹ ਮੈਲੀ ਹੋ ਚੁੱਕੀ, ਉਹ ਖਰਾਬ ਹੋ ਚੁੱਕੀ, ਦੂਸ਼ਿਤ ਹੋ ਚੁੱਕੀ ਆ, ਵਿਕਾਰਾਂ ਕਰਕੇ ਹੋ ਚੁੱਕੀ ਆ, ਵਹਿਮਾਂ ਭਰਮਾਂ ਕਰਕੇ ਹੋ ਚੁੱਕੀ ਆ, ਡੇਰੇਵਾਦ ਕਰਕੇ ਹੋ ਚੁੱਕੀ ਆ, ਕਬਰਾਂ ਜਾਂ ਮਨਮਤ ਵਾਲੇ ਪਾਸੇ ਜਾ ਕੇ ਹੋ ਚੁੱਕੀ ਆ, ਉਹਦਾ ਅਸਰ ਵੀ ਪਰਿਵਾਰ ਦੇ ਉੱਪਰ ਹੋਣਾ ਹੈ। ਮੈਂ ਬਹੁਤ ਸਾਰੇ ਐਸੇ ਪਰਿਵਾਰ ਦੇਖੇ ਕਿ ਜਿਹੜੇ ਛੋਟੇ ਛੋਟੇ ਬੱਚਿਆਂ ਨੂੰ ਜਦੋਂ ਉਹ ਕਬਰਾਂ ਦੇ ਉੱਤੇ ਦੀਵੇ ਜਗਾਉਣ ਵਾਸਤੇ ਜਾਂਦੇ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦੇ ਆ, ਤੇ ਉਹਨਾਂ ਦੇ ਮਨ ਦੇ ਵਿੱਚ ਇਹ ਗੱਲ ਬਿਠਾ ਦਿੰਦੇ ਬਿਲਕੁਲ ਕਿ ਇਹ ਬਾਬੇ ਨੂੰ ਅਸੀਂ ਮੰਨਦੇ ਆ ਤੇ ਅਸੀਂ ਤਾਂ ਸੁਖੀ ਆ, ਕਿਤੇ ਇਹ ਨਾ ਹੋਵੇ ਕਿ ਤੂੰ ਤੇਲ ਪਾਉਣੋਂ ਹਟ ਜਾਏ ਤੇ ਤੇਰੇ ਜੀਵਨ ਵਿੱਚ ਦੁੱਖ ਆ ਜਾਏ। ਉਹ ਕਿਤੇ ਨਾ ਕਿਤੇ ਛੋਟੇ ਬਚਪਨ ਦੇ ਵਿੱਚ ਹੀ, ਛੋਟੇ ਹੁੰਦਿਆਂ ਹੀ ਉਹ ਗੱਲ ਜੀਵਨ ਦੇ ਵਿੱਚ ਜਾਂ ਦਿਲ ਦੇ ਵਿੱਚ ਬੈਠ ਜਾਂਦੀ ਹੈ ਤੇ ਉਹ ਨਾ ਚਾਹੁੰਦਿਆਂ ਹੋਇਆਂ ਵੀ ਉਸ ਪਾਸੇ ਨੂੰ ਤੁਰ ਪੈਂਦਾ ਹੈ, ਉਸ ਪਾਸੇ ਨੂੰ ਦਾ ਜੀਵਨ ਜਿਹੜਾ ਉਹ ਤੁਰ ਪੈਂਦਾ। ਸੋ ਇਹ ਬੜੀ ਵੱਡੀ ਗਿਰਾਵਟ ਹੋ ਜਾਂਦੀ ਹੈ। ਸਾਨੂੰ ਸੁਚੇਤ ਮਾਤਾ ਪਿਤਾ ਨੂੰ ਬਿਲਕੁਲ ਇਹ ਗੱਲ ਜਿਹੜੀ ਆ ਤੁਹਾਡੀ ਵਾਕਿਆ ਹੀ ਦਰੁਸਤ ਆ ਕਿ ਜੇਕਰ ਜੜ ਜਿਹੜੀ ਆ ਉਹ ਲੱਗੀ ਆ ਚੰਗੇ ਤਰੀਕੇ ਦੇ ਨਾਲ, ਬਿਲਕੁਲ, ਤਾਂ ਉਹ ਫਿਰ ਬੰਦਾ ਜਿਹੜਾ ਆ ਉਹ ਚਾਹੇ ਇੱਕ ਵਾਰ ਆਪਣੀ ਲਾਈਨ ਤੋਂ ਕਿਤੇ ਭਟਕ ਵੀ ਜਾਵੇ ਤਾਂ ਉਹ ਫਿਰ ਵਾਪਸ ਜੜ ਦੀ ਗੱਲ ਹੀ ਕਰਦੇ ਪਏ ਆ ਕਿ ਬੂਟਾ ਇਹ ਬਾਰ-ਬਾਰ ਪੁੱਟ ਕੇ ਲਗਾਇਆ ਜਾਂਦਾ ਹੈ ਤੇ ਉਹ ਹਰਿਆ ਨਹੀਂ ਹੋ ਸਕਦਾ। ਜੀ ਹਨਾ, ਜਿਹਦੀ ਜੜ ਇੱਕ ਥਾਂ ਤੇ ਲੱਗੀ ਹੈ, ਚੰਗੀ ਜ਼ਮੀਨ ਦੇ ਵਿੱਚ ਲੱਗੀ ਹੈ ਤੇ ਉਹ ਫਲੀਭੂਤ ਜ਼ਰੂਰ ਹੁੰਦਾ। ਬਿਲਕੁਲ ਇਹੀ ਗੱਲ ਕਿ ਜਿਹੜਾ ਆ ਉਹ ਫਿਰ ਜੇਕਰ ਕਿਤੇ ਨਾ ਕਿਤੇ ਉਹ ਕਿਤੇ ਭਟਕ ਵੀ ਜਾਂਦਾ ਤਾਂ ਫਿਰ ਦੁਬਾਰਾ ਜਿਹੜਾ ਆ ਉਸੇ ਹੀ ਜਗ੍ਹਾ ਦੇ ਉੱਤੇ ਜਿਹੜਾ ਨਿਰੰਤਰ ਪ੍ਰਯਾਸ ਉਹ ਆ ਜਾਂਦਾ ਆ। ਮੈਨੂੰ ਖੁਦ ਆਪਣੀ ਗੱਲ ਵੀ ਜਿਹੜੀ ਆ ਉਹ ਯਾਦ ਆ ਗਈ ਕਿ ਸਾਨੂੰ ਸਾਡੇ ਦਾਦੀ ਜੀ ਜਿਹੜੇ ਆ, ਦਾਦਾ ਜੀ, ਉਹਨਾਂ ਨੇ ਜਿਹੜਾ ਹਮੇਸ਼ਾ ਹੀ ਸਮਝਾਉਣਾ ਕਿ ਪਾਠ ਜਿਹੜਾ ਆ ਉਹ ਕਰਨਾ ਬੜਾ ਜ਼ਰੂਰੀ ਆ। ਉਸ ਤੋਂ ਬਾਅਦ ਮਾਤਾ ਜੀ ਹੁਰੀ ਤੇ ਸਾਡੇ ਜਿਹੜੇ ਆ ਬਹੁਤ ਸਖਤ ਰਹਿ ਕੇ ਜੇਕਰ ਰਹਿਰਾਸ ਸਾਹਿਬ ਦਾ ਪਾਠ ਨਹੀਂ ਕੀਤਾ ਤਾਂ ਉਹਨਾਂ ਨੇ ਕਹਿਣਾ ਪ੍ਰਸ਼ਾਦਾ ਰਾਤ ਦਾ ਜਿਹੜਾ ਆ ਉਹ ਤੁਹਾਨੂੰ ਨਹੀਂ ਮਿਲਣਾ, ਪਹਿਲਾਂ ਪਾਠ ਜਿਹੜਾ ਆ ਉਹ ਕਰੋ, ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰਸ਼ਾਦਾ ਆ। ਸਖਤੀ ਦੇ ਨਾਲ ਮਾਤਾ ਪਿਤਾ ਨੂੰ ਕੁਝ ਗੱਲਾਂ ਦੇ ਉੱਪਰ ਪਹਿਰਾ ਦੇਣਾ ਪਏਗਾ। ਜੀ ਮੈਨੂੰ ਯਾਦ ਤੁਹਾਡੀ ਗੱਲ ਤੋਂ ਆਉਂਦਾ ਕਿ ਅਸੀਂ ਛੋਟੇ ਸੀ ਅਜੇ, ਬਿਲਕੁਲ ਸਕੂਲ ਸ਼ੁਰੂ ਨਹੀਂ ਸੀ ਹੁੰਦਾ, ਤੇ ਸਾਡੀ ਦਾਦੀ ਜੀ ਨੇ ਸਾਨੂੰ ਕੋਲ ਬਿਠਾ ਲੈਣਾ ਤੇ ਜੋ ਪ੍ਰਚਲਿਤ ਉਸ ਵੇਲੇ ਦੀਆਂ ਰਵਾਇਤਾਂ ਸੀ, ਸਾਖੀਆਂ ਸੀ, ਕੁਝ ਚਲੋ ਗੁਰਮਤ ਦੇ ਭਾਵੇਂ ਅਨੁਕੂਲ ਨਾ ਵੀ ਹੋਣੀਆਂ, ਪਰ ਉਹਨਾਂ ਬਿਠਾ ਕਰਕੇ ਜਿਵੇਂ ਲੋਰੀਆਂ ਦੇ ਵਾਂਗ ਜਾਂ ਬਾਤਾਂ ਪਾਉਣ ਦੇ ਵਾਂਗ ਉਹ ਸਾਖੀਆਂ ਜਿਹੜੀਆਂ ਸੀ ਸਾਨੂੰ ਸੁਣਾਉਣੀਆਂ, ਇੱਕ ਰੁਚੀ ਮਤਲਬ ਬੱਚੇ 'ਚ ਪੈਦਾ ਹੁੰਦੀ ਸੀ ਉਸ ਗੱਲ ਦੀ। ਪਰ ਅੱਜ ਦੇਖੋ, ਅੱਜ ਪਰਿਵਾਰ ਇਕੱਠਾ ਨਹੀਂ ਬੈਠਦਾ। ਇਕੱਠੇ ਬੈਠ ਕੇ ਬਹੁਤ ਘੱਟ ਪਰਿਵਾਰ ਹੋਣਗੇ ਜਿਹੜੇ ਰਹਿ ਰਸ ਕਰਦੇ ਹੋਣਗੇ, ਇਕੱਠੇ ਬੈਠ ਕੇ ਬਹੁਤ ਘੱਟ ਪਰਿਵਾਰ ਨਿਤਨੇਮ ਕਰਦੇ ਹੋਣਗੇ। ਜੇ ਚਾਰ ਘਰ ਦੇ ਜੀ ਇੱਕ ਥਾਂ ਤੇ ਬੈਠੇ ਨੇ ਤੇ ਚਾਰਾਂ ਦੇ ਹੱਥ ਵਿੱਚ ਵੱਖੋ ਵੱਖਰੇ ਫੋਨ ਹੋਣਗੇ, ਉਹ ਆਪਣਾ ਜਿਹੜਾ ਉਹ ਸੋਸ਼ਲ ਮੀਡੀਆ ਦੇ ਉੱਪਰ ਦੇਖਦੇ ਹੋਣਗੇ। ਆਪਸੀ ਸਾਂਝ ਜਿਹੜੀ ਆ ਉਹ ਚਲੋ ਇਹ ਚੰਗੀਆਂ ਚੀਜ਼ਾਂ ਨੇ, ਵਰਤੋਂ ਇਹਦੀ ਚੰਗੀ ਕੀਤੀ ਜਾਵੇ ਤਾਂ, ਜੇਕਰ ਸਕਾਰਾਤਮਕ ਵਰਤੋਂ ਕੀਤੀ ਜਾਂਦੀ ਤੇ ਚੰਗੀਆਂ ਨੇ, ਪਰ ਜੇਕਰ ਵਰਤੋਂ ਗਲਤ ਤਰੀਕੇ ਨਾਲ ਕੀਤੀ ਜਾਏਗੀ ਤੇ ਇਹਨਾਂ ਦਾ ਨੁਕਸਾਨ ਕਿਤੇ ਨਾ ਕਿਤੇ ਜ਼ਰੂਰ ਹੁੰਦਾ ਹੈ। ਸੋ ਇਹ ਜ਼ਰੂਰ ਧਿਆਨ ਰੱਖਣਾ ਚਾਹੀਦਾ ਕਿ ਸਾਡੇ ਬੱਚੇ ਕੀ ਦੇਖਦੇ ਨੇ, ਕੀ ਪੜ੍ਹਦੇ ਨੇ, ਉਹਨਾਂ ਨੂੰ ਇੰਨਾ ਸਮਾਂ ਜ਼ਰੂਰ ਦਿਓ। ਜੇ ਉਹ ਮੋਬਾਈਲ ਵੀ ਦੇਖਦੇ ਨੇ ਫਿਰ ਵੀ ਦੇਖੋ ਕਿ ਸਾਡੇ ਬੱਚੇ ਕੀ ਦੇਖਦੇ ਪਏ ਨੇ, ਪੜ੍ਹਦੇ ਪਏ ਨੇ, ਕੀ ਪੜ੍ਹਦੇ ਪਏ ਨੇ। ਤਰੀਕਾ ਜਿਹੜਾ ਕੋਈ ਨਾ ਕੋਈ ਹੋਣਾ ਚਾਹੀਦਾ ਜਿਹਦੇ ਨਾਲ ਬੱਚਿਆਂ ਦੀ ਰੁਚੀ ਜਿਹੜੀ ਆ ਉਹ ਪੈਦਾ ਹੋਵੇ। ਉਹ ਸਾਹਿਬਜ਼ਾਦਿਆਂ ਦੀਆਂ ਸਾਖੀਆਂ ਜਿਹੜੀਆਂ ਉਹ ਸੁਣਾਈਆਂ ਜਾ ਸਕਦੀਆਂ ਨੇ, ਹੋਰ ਬਹੁਤ ਸਾਰੀਆਂ ਸਾਖੀਆਂ ਨੇ ਇਸ ਤਰ੍ਹਾਂ ਦੀਆਂ, ਕਿਉਂਕਿ ਹਮੇਸ਼ਾ ਹੀ ਜਿਹੜਾ ਆ ਉਹ ਤੁਸੀਂ ਥੋੜ੍ਹੇ ਤੋਂ ਸਟਾਰਟ ਕਰੋਗੇ ਤਾਂ ਹੌਲੀ ਹੌਲੀ ਜਿਹੜਾ ਉਹ ਬੱਚੇ ਦੀ ਰੁਚੀ ਜਿਹੜੀ ਆ ਉਹ ਵੱਧਦੀ ਜਾਏਗੀ। ਸੋ ਪ੍ਰੋਗਰਾਮ ਦੇ ਅੰਤ ਦੇ ਉੱਤੇ ਮੈਂ ਚਾਹੂੰਗਾ ਕਿ ਸਿੰਘ ਸਾਹਿਬ ਜੀ ਤੁਸੀਂ ਵੀ ਇੱਕ ਵਾਰ ਸੰਗਤਾਂ ਨੂੰ ਮੁਖਾਤਬ ਹੋ ਕੇ ਆਪਣੇ ਫ਼ੋਨ ਨੰਬਰ ਜਿਹੜੇ ਆ ਉਹ ਵੀ, ਤੇ ਸੰਗਤਾਂ ਨੂੰ ਜਿਹੜੀ ਆ ਉਹ ਆਪਣੇ ਟੂਰ ਦੇ ਬਾਰੇ ਦੇ ਵਿੱਚ ਵੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਲਓ।
ਸੋ ਜਿੱਥੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਿੰਦਰ ਸਿੰਘ ਜੀ ਉਹਨਾਂ ਨੇ ਆਪ ਜੀ ਦੇ ਨਾਲ ਸਾਂਝ ਵੀ ਕੀਤੀ ਤੇ ਉਹ ਦੱਸਿਆ ਵੀ ਕਿ ਜਿਹੜਾ 20 ਜੂਨ ਤੋਂ ਦਾਸ ਦਾ ਇੰਗਲੈਂਡ ਦਾ ਟੂਰ ਜਿਹੜਾ ਹੈ ਉਹ ਆਰੰਭ ਹੋਣਾ ਹੈ। ਤੋ ਸਾਊਥ ਹਾਲ ਦਾਸ ਨੇ ਜਿਹੜਾ 20 ਜੂਨ ਨੂੰ ਪਹੁੰਚਣਾ ਹੈ ਤੇ ਦਾਸ ਆਸ ਵੀ ਕਰਦਾ ਹੈ ਕਿ ਜਿੱਥੇ ਆਪ ਸੰਗਤ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਪਿਆਰ ਦਿੱਤਾ, ਦੇਸ਼ਾਂ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਬੈਠ ਕਰਕੇ ਆਪ ਸੰਗਤ ਸੁਨੇਹ ਕਰਦੇ ਹੋ, ਬਹੁਤ ਸਾਰੇ ਵੀਰਾਂ ਦੇ ਭਰਾਵਾਂ ਦੇ ਫੋਨ ਵੀ ਆਉਂਦੇ ਨੇ। ਸੋ ਆਸ ਕਰਦਾ ਕਿ ਜਦੋਂ ਦਾਸ ਆਪ ਜੀ ਦੇ ਕੋਲ ਪਹੁੰਚੇਗਾ ਆਪ ਜੀ ਉਨਾ ਹੀ ਪਿਆਰ ਸਤਿਕਾਰ ਨਿੱਘ ਦਿਓਗੇ। ਦਾਸ ਦੇ ਨਾਲ ਸੰਪਰਕ ਕਰਨ ਵਾਸਤੇ ਜਿਹੜੇ ਇੰਡੀਆ ਦੇ ਨੰਬਰ ਨੇ, WhatsApp ਨੰਬਰ ਇੰਡੀਆ ਦੇ ਨੇ 9914886071 ਤੇ ਦੂਸਰਾ ਦਾਸ ਦਾ ਨੰਬਰ ਹੈ 7889514111। ਸੋ ਆਪ ਜੀ ਇਸ ਸੰਪਰਕ ਜ਼ਰੂਰ ਕਰਿਓ। ਆਸ ਕਰਦਾ ਵਾਂ ਕਿ ਆਪ ਜੀ ਪਿਆਰ ਦਿਓਗੇ ਜੀ। ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਨ ਕਿ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਆਪ ਸੰਗਤਾਂ ਦੇ ਦਰਸ਼ਨ ਜਿਹੜੇ ਨੇ ਉਹ ਹੋਣਗੇ। ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਜੀ ਆਪ ਜੀ ਦਾ ਵੀ ਤੇ ਸਮੁੱਚੀ ਸਿੱਖ ਚੈਨਲ ਦੀ ਟੀਮ ਦਾ, ਜਿਹੜੇ ਹਮੇਸ਼ਾ ਹੀ ਪਿਆਰ ਕਰਦੇ ਨੇ, ਹਮੇਸ਼ਾ ਸਤਿਕਾਰ ਦਿੰਦੇ ਨੇ ਔਰ ਸੰਗਤਾਂ ਦੇ ਰੂਬਰੂ ਜਿਹੜਾ ਉਹ ਕਰਾਉਂਦੇ ਰਹਿੰਦੇ ਨੇ ਜੀ। ਬਿਲਕੁਲ ਜੀ। ਸੰਗਤ ਜੀ ਸਿੱਖ ਚੈਨਲ ਦੇ ਸਟੂਡੀਓ ਵੀ ਪਹੁੰਚਣਗੇ ਸਿੰਘ ਸਾਹਿਬ ਗਿਆਨੀ ਅਮਰਿੰਦਰ ਸਿੰਘ ਹੋਰੀ, ਉੱਥੇ ਵੀ ਤੁਹਾਡੇ ਨਾਲ ਕੁਝ ਵਿਚਾਰ ਜਿਹੜੇ ਆ ਉਹ ਸਾਂਝੇ ਜ਼ਰੂਰ ਕੀਤੇ ਜਾਣਗੇ। ਸੋ ਇਹ ਇੱਥੋਂ ਜਿਹੜਾ ਆ ਉਹ ਇੰਡੀਆ ਤੋਂ ਜਿਹੜਾ ਆ 20 ਤਰੀਕ ਨੂੰ ਪਹੁੰਚ ਰਹੇ ਨੇ UK ਦੀ ਧਰਤੀ ਦੇ ਉੱਤੇ। ਸੋ ਜ਼ਰੂਰ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਜਿਹੜਾ ਕਰ ਸਕਦੇ ਹੋ। ਸਕਰੀਨ ਦੇ ਹੇਠਾਂ ਜਿਹੜੇ ਨੰਬਰ ਆ ਉਹ ਤੁਸੀਂ ਨੋਟ ਜਿਹੜੇ ਆ ਉਹ ਕਰ ਸਕਦੇ ਹੋ। ਸੋ ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀ, ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ, ਸਮੂਹ ਸੰਗਤ ਦਾ ਵੀ ਧੰਨਵਾਦ। ਸੋ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਹੈ। ਆਗਿਆ ਚਾਹਾਂਗੇ, ਫਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।